ਹੈਲੋ ਗਾਇਸ, ਹਾਊ ਆਰ ਯੂ? ਮਾਈ ਨੇਮ ਇਜ਼ ਗਗਨਦੀਪ ਸਿੰਘ ਐਂਡ ਵੈਲਕਮ ਇਨ ਦਾ ਪੰਜਾਬੀ ਟਿਊਟਰ। ਸੋ ਅੱਜ ਆਪਾਂ ਗੱਲ ਕਰ ਲੱਗੇ ਥੀਸਿਸ ਸਟੇਟਮੈਂਟ ਦੇ ਬਾਰੇ। ਥੀਸਿਸ ਸਟੇਟਮੈਂਟ ਤੁਹਾਨੂੰ ਸਾਰਿਆਂ ਨੂੰ ਪਤਾ ਕਿ ਜਦੋਂ ਇੱਕ ਸਟੇਟਮੈਂਟ ਤੁਹਾਡੇ ਸਾਹਮਣੇ ਦਿੱਤੀ ਹੁੰਦੀ ਹੈ ਰਾਈਟਿੰਗ ਦੇ ਵਿੱਚ, ਉਹ ਸਟੇਟਮੈਂਟ ਨੂੰ ਪੈਰਾਫਰੇਜ਼ ਕਰਨ ਤੋਂ ਬਾਅਦ ਚੋਂ ਜੋ ਤੁਹਾਡੀ ਸੈਕਿੰਡ ਨੰਬਰ 'ਤੇ ਲਾਈਨ ਆਉਂਦੀ ਹੁੰਦੀ ਬਾਅਦ ਚੋਂ ਕਿ ਤੁਸੀਂ ਐਸੇ ਦੇ ਵਿੱਚ ਤੁਸੀਂ ਕਿਹੜੀ ਸਾਈਡ ਹੋ ਅਤੇ ਕੀ ਲਿਖਣਾ ਚਾਹੁੰਦੇ ਹੋ, ਉਹਨੂੰ ਥੀਸਿਸ ਸਟੇਟਮੈਂਟ ਕਹਿ ਦਿੰਦੇ ਆ। ਜਿਵੇਂ ਤੁਸੀਂ ਨੋਰਮਲੀ ਲਿਖਦੇ ਹੋ ਕਿ ਦਿਸ ਐਸੇ ਵਿਲ ਐਕਸਪਲੇਨ ਦਾ ਰੀਜ਼ਨਸ ਐਂਡ ਸੋਲਿਊਸ਼ਨਸ। ਸੋ ਮੈਂ ਤੁਹਾਨੂੰ ਕਹਾਂ ਕਿ ਜ਼ਿਆਦਾਤਰ 99% ਜਿਹੜੀਆਂ ਥੀਸਿਸ ਸਟੇਟਮੈਂਟਸ ਹੁੰਦੀਆਂ ਵਾ ਉਹ ਮੈਮੋਰਾਈਜ਼ਡ ਹੁੰਦੀਆਂ ਵਾ। ਜਿਵੇਂ ਤੁਸੀਂ ਲਿਖਦੇ ਹੋ ਸਾਰੀਆਂ ਮੈਮੋਰਾਈਜ਼ਡ ਹੁੰਦੀਆਂ ਵਾ। ਅਤੇ ਮੈਂ ਤੁਹਾਨੂੰ ਪਹਿਲਾਂ ਵੀ ਇੱਕ ਵੀਡੀਓ 'ਚ ਕਿਹਾ ਸੀ ਕਿ ਮੈਮੋਰਾਈਜ਼ਡ ਚੀਜ਼ਾਂ ਦੇ ਨਾਲ ਜਦੋਂ ਤੁਸੀਂ ਉਹਨਾਂ ਨੂੰ ਲਿਖਦੇ ਹੋ ਤਾਂ ਤੁਹਾਡੇ ਲੈਕਸੀਕਲ ਰਿਸੋਰਸ ਦੇ ਵਿੱਚੋਂ ਬੈਂਡ ਕੱਟੇ ਜਾਂਦੇ ਆ, ਕਿਉਂਕਿ ਮੈਮੋਰਾਈਜ਼ ਦੀ ਤੁਹਾਨੂੰ ਉੱਥੇ ਪੈਨਲਟੀ ਦਿੱਤੀ ਜਾਂਦੀ ਆ। ਅੱਜ ਆਪਾਂ ਥੀਸਿਸ ਸਟੇਟਮੈਂਟ ਦੇ ਬਾਰੇ ਗੱਲ ਕਰਾਂਗੇ ਅਤੇ ਆਪਾਂ ਆਪਣੇ ਕੋਲੋਂ ਕੋਈ ਨੈਚੁਰਲ ਥੀਸਿਸ ਸਟੇਟਮੈਂਟ ਬਣਾਵਾਂਗੇ ਜੋ ਬਾਕੀਆਂ ਨਾਲੋਂ ਡਿਫਰੈਂਟ ਹੋਊਗੀ ਅਤੇ ਉਹ ਟੈਕਸਟ ਬੁੱਕਸ ਦੇ ਵਿੱਚ ਜ਼ਿਆਦਾਤਰ ਰਲਦੀ ਮਿਲਦੀ ਨਹੀਂ ਹੈਗੀ। ਸੋ ਆਪਾਂ ਅੱਜ ਗੱਲ ਕਰਨ ਜਾ ਰਹੇ ਹਾਂ ਐਗਰੀ ਅਤੇ ਡਿਸਐਗਰੀ ਵਾਲੇ ਪੈਰੇ ਦੀ, ਐਗਰੀ ਐਂਡ ਡਿਸਐਗਰੀ। ਸੋ ਇਹਦੇ ਵਿੱਚ ਆਪਾਂ ਦੇਖਾਂਗੇ ਵੀ ਆਪਾਂ ਕਿਵੇਂ ਆਪਣੀ ਥੀਸਿਸ ਸਟੇਟਮੈਂਟ ਨੂੰ ਲਿਖ ਸਕਦੇ ਹਾਂ। ਸਭ ਤੋਂ ਪਹਿਲਾਂ ਮੰਨ ਕੇ ਚਲੋ ਤੁਹਾਨੂੰ ਕੋਈ ਸਟੇਟਮੈਂਟ ਆਈ ਕਿ ਜੀ ਜੋ ਮਿਊਜ਼ੀਅਮਸ ਆ ਉਹਨਾਂ ਨੂੰ ਐਂਟਰੈਂਸ ਟਿਕਟ ਲੈਣੀ ਚਾਹੀਦੀ ਆ। ਤੁਸੀਂ ਐਗਰੀ ਹੋ ਜਾਂ ਤੁਹਾਡੇ ਪੁੱਛੇ ਵੀ ਕਿਸ ਹੱਦ ਤੱਕ ਤੁਸੀਂ ਐਗਰੀ ਹੋ ਜਾਂ ਡਿਸਐਗਰੀ ਹੋ। ਓਕੇ ਜੀ, ਤਾਂ ਤੁਸੀਂ ਪਹਿਲਾਂ ਤਾਂ ਉਹ ਵਾਲੀ ਜੋ ਲਾਈਨ ਆ, ਜੋ ਸੈਂਟੈਂਸ ਆ, ਉਹਨੂੰ ਤੁਸੀਂ ਪੈਰਾਫਰੇਜ਼ ਕਰੋਗੇ। ਤੁਸੀਂ ਤੋਂ ਲਿਖੋਗੇ ਕਿ ਜੀ ਕੋਈ ਲੋਕ ਸੋਚਦੇ ਆ ਕਿ ਮਿਊਜ਼ੀਅਮਸ ਦੀ ਟਿਕਟ ਹੋਣੀ ਚਾਹੀਦੀ ਆ। ਹੁਣ ਸੈਕਿੰਡ ਲਾਈਨ ਜ਼ਿਆਦਾ ਤੁਸੀਂ ਐਗਰੀ ਹੋ ਸਕਦੇ ਹੋ ਜਾਂ ਡਿਸਐਗਰੀ। ਸੋ ਜੇ ਤੁਸੀਂ ਐਗਰੀ ਹੁੰਦੇ ਹੋ ਤਾਂ ਫਿਰ ਤੁਸੀਂ ਕਿਹੜੀ ਸਟੇਟਮੈਂਟ, ਕਿਵੇਂ ਥੀਸਿਸ ਸਟੇਟਮੈਂਟ ਲਿਖਣੀ ਹੈ ਮੈਂ ਤੁਹਾਨੂੰ ਦੱਸਦਾ। ਤਾਂ ਫਿਰ ਤੁਹਾਡੀ ਉਹ ਸਟੇਟਮੈਂਟ ਹੋਣੀ ਚਾਹੀਦੀ ਹੈ ਜੀ, 1 ਸੈਕਿੰਡ ਵੇਟ ਕਰਿਓ ਜੀ। ਓਕੇ ਹਾਂਜੀ, ਤਾਂ ਜੀ ਮੈਂ ਐਗਰੀ ਵਾਲੀ ਲਿਖਣ ਲੱਗਾ ਤਾਂ ਫਿਰ ਮੈਂ ਕਹੂੰਗਾ I also have the same opinion. Also have the same opinion, ਇਹਦਾ ਮਤਲਬ ਮੈਂ ਐਗਰੀ ਹੋ ਗਿਆ, ਕਿਉਂਕਿ ਲੋਕਾਂ ਨੇ ਵੀ ਕੀ ਕਿਹਾ ਸੀ ਕਿ ਟਿਕਟ ਹੋਣੀ ਚਾਹੀਦੀ ਹੈ। ਮੈਂ ਵੀ ਕੀ ਕਹਿ ਰਿਹਾ ਜੀ, I also have the same opinion। ਅਤੇ ਮੈਂ ਇੱਥੇ ਕੰਪਾਊਂਡ ਸੈਂਟੈਂਸ ਬਣਾਉਣ ਚੱਲਿਆ ਤਾਂ ਕਿ ਤੁਹਾਡੀ ਇੱਥੇ ਵਰਾਇਟੀ ਵੀ ਸ਼ੋ ਹੋ ਸਕੇ। ਐਂਡ ਕੌਮਾ ਲਾਉਣਾ ਨਹੀਂ, ਜਾਣੀ ਕਿ ਮੂਰਲਾ ਭੁੱਲਣਾ ਤੁਸੀਂ। ਅਗਲਾ ਸੈਂਟੈਂਸ ਕੀ ਹੈ ਜੀ, ਐਂਡ the reasons of my being agree, ਕਿ ਮੇਰੇ ਜਿਹੜੇ ਐਗਰੀ ਹੋਣ ਦੇ ਰੀਜ਼ਨਸ ਆ have been briefly explained in the below given paragraphs। below given paragraphs। ਤਾਂ ਇਹ ਤੁਹਾਡੀ ਜੋ ਥੀਸਿਸ ਸਟੇਟਮੈਂਟ ਆ, ਇਹ ਜੇ ਤੁਸੀਂ ਐਗਰੀ ਹੁੰਦੇ ਹੋ ਤਾਂ, ਜੇ ਤੁਸੀਂ ਫੁੱਲੀ ਐਗਰੀ ਹੁੰਦੇ ਹੋ ਤਾਂ ਇਹ ਤੁਹਾਡੀ ਥੀਸਿਸ ਸਟੇਟਮੈਂਟ ਆ। ਇਹ ਬਾਕੀਆਂ ਦੇ ਨਾਲੋਂ ਡਿਫਰੈਂਟ ਆ ਅਤੇ ਇਹਦੇ ਵਿੱਚ ਉਹ ਚੀਜ਼ਾਂ ਸਾਰੀਆਂ ਗਾਇਬ ਹੋ ਜਾਂਦੀਆਂ ਕਿ ਦਿਸ ਐਸੇ ਵਿਲ ਐਕਸਪਲੇਨ, ਉਹ ਮੈਮੋਰਾਈਜ਼ ਚੀਜ਼ਾਂ 'ਚ ਕਾਊਂਟ ਹੁੰਦੀ। ਸੋ ਹੁਣ ਤੁਸੀਂ ਕਹਿ ਰਹੇ ਹੋ ਸਰ ਜੇ ਮੈਂ ਡਿਸਐਗਰੀ ਹੁੰਦਾ ਵਾ ਤਾਂ ਮੰਨ ਕੇ ਚਲੋ ਇਹ ਤੁਹਾਡਾ ਐਗਰੀ ਲਈ ਸੀਗਾ। ਹੁਣ ਮੰਨ ਕੇ ਚਲੋ ਤੁਸੀਂ ਹੁੰਦੇ ਹੋ ਡਿਸਐਗਰੀ। ਡਿਸਐਗਰੀ ਲਈ ਤੁਹਾਡੀ ਥੀਸਿਸ ਸਟੇਟਮੈਂਟ ਕਿੱਦਾਂ ਦੀ ਹੋਣੀ ਚਾਹੀਦੀ? ਪਹਿਲਾਂ ਤੁਸੀਂ ਕਿਹਾ ਸੀ ਆਈ ਆਲਸੋ ਹੈਵ ਦਾ ਸੇਮ ਓਪੀਨੀਅਨ, ਤਾਂ ਉਹਦੇ ਵਿੱਚ ਆਪਾਂ ਕੀ ਕਵਾਂਗੇ ਜੀ, ਆਈ ਹੈਵ ਡਿਫਰੈਂਟ, ਹਾਂਜੀ, ਪਰਸਪੈਕਟਿਵ। ਆਈ ਹੈਵ ਡਿਫਰੈਂਟ ਪਰਸਪੈਕਟਿਵ ਐਂਡ ਇੱਥੇ ਫਿਰ ਕੰਪਾਊਂਡ ਸੈਂਟੈਂਸ ਬਣਨ ਚੱਲਿਆ ਜੋ ਆਪਾਂ ਉੱਪਰ ਬਣਾਇਆ ਸੀਗਾ। ਐਂਡ ਤੋਂ ਪਹਿਲਾਂ ਕੌਮਾ ਲਾਉਣਾ ਨਹੀਂ ਭੁੱਲਣਾ ਤੁਸੀਂ। ਐਂਡ ਬਾਅਦ ਚੋਂ ਸੇਮ ਲਾਈਨ, ਦਾ ਰੀਜ਼ਨਸ ਆਫ ਮਾਈ, ਆਪਾਂ ਉਹਦੇ ਵਿੱਚ ਐਗਰੀ ਹੋਏ ਸੀਗੇ, ਇਹਦੇ ਵਿੱਚ ਆਪਾਂ ਡਿਸਐਗਰੀ ਹੋਏ ਹਾਂ। ਦਾ ਰੀਜ਼ਨਸ ਆਫ ਮਾਈ ਬੀਇੰਗ ਡਿਸਐਗਰੀ ਹੈਵ ਬੀਨ, ਕਿਉਂਕਿ ਐਕਸਪਲੇਨ ਕੀਤੇ ਜਾ ਚੁੱਕੇ ਨਾ ਨੀਚੇ। ਤੁਹਾਡੀ ਹੁਣ ਰਾਈਟਿੰਗ ਤਿਆਰ ਹੋਈ ਪਈ ਆ ਰੀਡਰ ਦੇ ਮੂਹਰੇ। ਤੁਸੀਂ ਇੱਦਾਂ ਨਹੀਂ ਕਹਿਣਾ ਕਿ ਮੈਂ ਕਰੂੰਗਾ, ਬਲਕਿ ਤੁਸੀਂ ਉਹਨੂੰ ਕਹਿ ਰਹੇ ਹੋ ਕਿ ਉਹ ਨੀਚੇ ਲਿਖੇ ਜਾ ਚੁੱਕੇ ਆ ਮੇਰੇ ਦੁਆਰਾ, ਤੁਸੀਂ ਉਹਨੂੰ ਪੜ੍ਹ ਸਕਦੇ ਹੋ। ਬਿਲੋ ਗਿਵਨ ਪੈਰਾਗ੍ਰਾਫਸ, ਬਿਲੋ ਗਿਵਨ ਪੈਰਾਗ੍ਰਾਫਸ, ਉੱਪਰ ਜਿਹੜੇ ਆਪਣੇ ਸੈਂਟੈਂਸ ਸੀ ਇਹਦੇ ਬਿਲੋ ਦੇ। ਹਾਂਜੀ ਜੀ, ਤਾਂ ਉੱਪਰ ਵਾਲੀ ਤੁਹਾਡੀ ਐਗਰੀ ਆ, ਉਹਦੀ ਥੀਸਿਸ ਸਟੇਟਮੈਂਟ ਹੈ ਜੀ, ਅਤੇ ਨੀਚੇ ਵਾਲੀ ਤੁਹਾਡੀ ਕੀ ਹੈ ਜੀ, ਫੁੱਲੀ ਡਿਸਐਗਰੀ ਹੋਣ ਦੀ ਤੁਹਾਡੀ ਥੀਸਿਸ ਸਟੇਟਮੈਂਟ ਆ। ਤਾਂ ਹੁਣ ਤੋਂ ਬਾਅਦ ਚੋਂ ਜੋ ਤੁਹਾਡੀਆਂ ਮੈਮੋਰਾਈਜ਼ ਸੈਂਟੈਂਸ ਆ ਉਹਨਾਂ ਨੂੰ ਛੱਡ ਕੇ ਤੁਸੀਂ ਇਹਨਾਂ ਦੇ ਉੱਪਰ ਸ਼ਿਫਟ ਹੋ ਸਕਦੇ ਹੋ
ਤੇ ਮੈਨੂੰ ਤੁਸੀਂ ਕਮੈਂਟ ਕਰਕੇ ਦੱਸਿਓ ਕਿ ਕੀ ਜੇ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਆਉਣ ਵਾਲੀਆਂ ਵੀਡੀਓਜ਼ ਦੇ ਵਿੱਚ ਆਪਾਂ ਪ੍ਰੋਬਲਮ ਸੋਲੂਸ਼ਨ ਐਗਰੀ ਡਿਸਐਗਰੀ ਐਡਵਾਂਟੇਜ ਡਿਸਐਡਵਾਂਟੇਜ ਵਾਲਿਆਂ ਦੀਆਂ ਥੀਸਿਸ ਸਟੇਟਮੈਂਟ ਮੈਂ ਦੱਸਾਂ ਜਾਂ ਨਾ ਦੱਸਾਂ। ਇਹ ਵੀਡੀਓ ਨੂੰ ਸ਼ੇਅਰ ਵੀ ਕਰਿਓ ਤੇ ਮੈਨੂੰ ਕਮੈਂਟ ਦੇ ਵਿੱਚ ਦੱਸਿਓ ਕਿ ਤੁਹਾਨੂੰ ਇਹ ਵੀਡੀਓ ਕਿਵੇਂ ਲੱਗੀ। ਸੋ ਗਾਇਜ਼ ਮਿਲਦੇ ਮੈਂ ਨੈਕਸਟ ਵੀਡੀਓ ਦੇ ਵਿੱਚ। ਟਿਲ ਦੈਨ ਟੇਕ ਕੇਅਰ, ਬਾਏ।